सत श्री अकाल जी, मैं रणदीप कौर अकाल चैनल तो ਤੁਹਾਡੇ रूबरू हूँ और बहुत ਸਾਰੀਆਂ ਅਪਡੇਟਸ ਜਿਹੜੀਆਂ ਚੱਲਦੀਆਂ ਰਹਿੰਦੀਆਂ ਔਰ ਇਲੈਕਸ਼ਨ ਦੀ ਅਪਡੇਟਸ ਤੁਸੀਂ ਦੇਖਦੇ ਰਹੇ ਹੋ ਔਰ ਇਲੈਕਸ਼ਨ ਤੋਂ ਬਾਅਦ ਦਾ ਸਫ਼ਰ ਉਹ ਵੀ ਤੁਹਾਡੇ रूबरू ਹੁੰਦਾ ਰਿਹਾ ਅਕਾਲ ਚੈਨਲ ਦੇ ਜ਼ਰੀਏ। ਔਰ ਜਿਸ ਸ਼ਖਸੀਅਤ ਨਾਲ ਮੈਂ ਅੱਜ ਤੁਹਾਨੂੰ रूबरू ਕਰਾਉਣ ਜਾ ਰਹੀ ਹਾਂ, ਛੋਟੀ ਉਮਰ ਦੇ ਵਿੱਚ ਵੱਡੀ ਸੋਚ ਰੱਖਣ ਵਾਲਾ, ਦਿੱਲੀ ਤੋਂ ਪੰਜਾਬ ਕਿੱਦਾਂ ਆਉਂਦਾ ਹੈ ਔਰ ਕਿਹੜਾ ਜਿਹੜਾ ਦਿਮਾਗ ਦੇ ਵਿੱਚ ਮੰਤਵ ਲੈ ਕੇ ਆਉਂਦਾ, ਕਿਸ ਚੀਜ਼ ਤੋਂ, ਕਿਸ ਇਨਸਾਨ ਤੋਂ ਪ੍ਰੇਰਿਤ ਹੁੰਦਾ, ਉਹਦੇ ਨਾਲ ਗੱਲ ਹੋਏਗੀ। ਔਰ ਮੇਰੇ ਨਾਲ ਹੈਗਾ ਉਹ ਵੀਰ ਜਿਹਦਾ ਨਾਮ ਹੈਗਾ ਜਸ਼ਨਪ੍ਰੀਤ ਸਿੰਘ ਜੀ, ਜੋ ਕਿ ਦਿੱਲੀ ਤੋਂ ਪਿਛਲੇ ਦਿਨ ਜਿਹੜਾ ਅਮਰਗੜ੍ਹ ਆਉਂਦੇ ਨੇ, ਜੋ ਕਿ ਮਾਨ ਸਾਹਿਬ ਦਾ ਹਲਕਾ ਔਰ ਮਾਨ ਸਾਹਿਬ ਜਿਹੜੀ ਕਿ ਹੌਟ ਸੀਟ ਤੇ ਬੈਠੇ ਹੋਏ ਨੇ ਔਰ ਉੱਥੋਂ ਕਿੱਦਾਂ ਆਉਂਦੇ ਨੇ ਔਰ ਕੀ ਗੱਲਬਾਤ ਹੁੰਦੀ ਹੈ, ਉਹਨਾਂ ਦੇ ਦਿਮਾਗ ਦੇ ਵਿੱਚ ਕਿਹੜੀ ਚਿਣਗ ਜਾਗਦੀ ਹੈ, ਉਹ ਗੱਲ ਕਰਦੇ ਹਾਂ। ਵੀਰੇ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਤੁਹਾਡਾ। ਤੁਹਾਡੇ ਬਾਰੇ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਨਾ, ਜਦੋਂ ਮਾਨ ਸਾਹਿਬ ਔਰ ਦੂਸਰੇ ਜਿਹੜੀ ਆ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਇਲੈਕਸ਼ਨ ਤੋਂ ਇੱਕ ਦਿਨ ਪਹਿਲੇ, ਉਦੋਂ ਤੁਹਾਡੇ ਬਾਰੇ ਜਿਹੜਾ ਇੰਟਰੋਡਿਊਸ ਕਰਵਾਇਆ ਗਿਆ ਸੀ, ਉਹਦੇ ਬਾਰੇ ਜਾਣਨਾ ਚਾਹੁੰਦੇ ਆ, ਕਿਉਂਕਿ ਜਿਹੜੇ ਸਾਡੇ ਦਰਸ਼ਕ ਨੇ ਕਿ ਇੱਕ ਛੋਟੀ ਉਮਰ ਦੇ ਵਿੱਚ ਇੱਕ ਵੱਡੀ ਚਿਣਗ ਲੱਗਣੀ, ਤੁਸੀਂ ਉਹ ਚਿਹਰਾ ਹੋ ਕਿ ਜਿਹੜੇ ਹੁਣ ਪਹਿਚਾਨ ਬਣ ਚੁੱਕੇ ਹੋ। ਸੋ ਕਿੱਦਾਂ ਦਿਲ ਕੀਤਾ ਦਿੱਲੀ ਤੋਂ ਪੰਜਾਬ ਆਉਣ ਦਾ ਸਫ਼ਰ, ਔਰ ਜਿਹੜੀ ਗੱਲ ਹੈ ਕਿ ਤੁਸੀਂ ਜਿਹੜੀ ਆਪਣੀ ਸੇਵਿੰਗ ਕੀਤੀ ਸੀ ਨਾ, ਔਰ ਉਹ ਸੇਵਿੰਗ ਜਿਹੜੀ ਹੈ ਉੱਧਰ ਜਿੱਧਰ ਤੁਸੀਂ ਲਾਉਣਾ ਚਾਹੁੰਦੇ ਸੀ ਉੱਧਰ ਨਹੀਂ ਲਾਈ, ਪਰ ਇੱਧਰ ਤੁਹਾਡਾ ਦਿਮਾਗ ਜਿਹੜਾ, ਕਿਉਂਕਿ ਉਹ ਪ੍ਰਭਾਵਿਤ ਜਿਹੜੀ ਉਸ ਸਮੇਂ ਵੀਡੀਓ ਵਾਇਰਲ ਹੋਈ ਸੀ, ਇੱਕ ਹੀਰਾ ਜਿਹੜਾ ਕੌਮ ਦਾ ਇਸ ਜਹਾਨ ਨੂੰ ਛੱਡ ਕੇ ਪਰਮਾਤਮਾ ਦੇ ਚਰਨਾਂ 'ਚ ਵਲੀਨ ਹੋ ਗਿਆ। ਬਿਲਕੁਲ, ਮੈਂ ਪਿਛਲੇ ਦਿਨਾਂ 'ਚ ਕੁਝ ਅਮਰਗੜ੍ਹ ਆਇਆ ਸੀ ਕਿ ਮੈਨੂੰ ਪਤਾ ਲੱਗਾ ਸੀ ਸਿਮਰਨ ਸਿੰਘ ਦੀ ਮਾਨ ਬਾਰੇ, ਤੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਪਰਸਨਲੀ, ਕਿਉਂਕਿ ਇੰਨੀ ਵੱਡੀ ਸ਼ਖਸੀਅਤ ਨੇ ਜੋ ਸਿੱਖ ਕੌਮ ਲਈ, ਜੋ ਪੂਰੀ ਦੁਨੀਆ ਲਈ ਕੁਝ ਨਾ ਕੁਝ ਕਰਨਾ ਚਾਹੁੰਦੇ ਨੇ। ਸੋ ਉਹਨਾਂ ਨੂੰ ਮਿਲਣ ਖਾਤਰ ਮੈਂ ਇੱਥੇ ਆਇਆ ਸੀ, ਤੇ ਇੱਥੇ ਆ ਕੇ ਮੈਨੂੰ ਖਬਰ ਮਿਲਦੀ ਹੈ ਕਿ ਦੀਪ ਸਿੱਧੂ ਬਾਈ ਜੀ ਸਵਰਗ ਸਿਧਾਰ ਗਏ ਨੇ, ਤੇ ਉਸ ਚੀਜ਼ ਨੂੰ ਸੁਣ ਕੇ ਬਹੁਤ ਧੱਕਾ ਲੱਗਾ ਸੀ। ਤੇ ਮੇਰਾ ਕੁਝ ਇਦਾਂ ਦਾ ਵਿਚਾਰ ਨਹੀਂ ਸੀ, ਬਟ ਜਦੋਂ ਮੈਂ ਉਹਨਾਂ ਦੀ ਸੁਣੀ ਕਿ ਉਹ ਕੀ ਕਰਨਾ ਚਾਹੁੰਦੇ ਸੀ ਸਿੱਖ ਕੌਮ ਵਾਸਤੇ, ਦੁਨੀਆ ਵਾਸਤੇ, ਤਾਂ ਜੋ ਮੇਰੀ ਸੇਵਿੰਗ ਸੀ, ਜੋ ਕਿ ਮੈਂ ਮਨਾਲੀ ਜਾਣ ਵਾਸਤੇ ਸੇਵ ਕਰ ਰਿਹਾ ਸੀ, ਜਿਵੇਂ ਦੋਸਤਾਂ ਨਾਲ ਹੈਗਾ ਸੀ ਕਿ ਆਪਾਂ ਟ੍ਰਿਪ ਪਲਾਨ ਕਰਾਂਗੇ, ਤੇ ਉਹਦੇ ਵਾਸਤੇ ਸੇਵਿੰਗ ਸੀ। ਤੇ ਜਦੋਂ ਮੈਨੂੰ ਖਬਰ ਮਿਲੀ ਤਾਂ ਮੈਂ ਮਨ 'ਚ ਸੋਚਿਆ ਕਿ ਜੇ ਮੈਂ ਹੁਣ ਦੀਪ ਸਿੱਧੂ ਬਾਈ ਜੀ ਦੇ ਜਿਹੜੇ ਹੁਣ ਸਿਧਾਂਤ ਸੀ ਉਹਨਾਂ ਦੇ ਉੱਤੇ ਕੁਝ ਨਹੀਂ ਕਰਦਾ ਜਾਂ ਕੋਈ ਆਪਣੀ ਹੈਲਪ ਨਹੀਂ ਕਰਦਾ ਸਿੱਖ ਕੌਮ ਵਾਸਤੇ, ਤੇ ਮੇਰਾ ਇੱਥੇ ਹੋਣ ਦਾ ਕੋਈ ਮਤਲਬ ਨਹੀਂ ਹੈ। ਤੇ ਉਸ ਚੱਕਰ 'ਚ ਮੈਂ ਆਪਣੀ ਜਿੰਨੀ ਸੇਵਿੰਗ ਸੀ, ਮੈਂ ਸੋਚਿਆ ਕਿ ਇਹਨਾਂ ਨੂੰ ਦੇ ਦਿੱਤੀ ਜਾਵੇ, ਕਿਉਂਕਿ ਮੈਂ ਆਪਣੇ ਪੇਰੈਂਟਸ ਤੋਂ ਵੀ ਪੁੱਛਿਆ ਸੀ ਕਿ ਕਿਵੇਂ, ਮੈਂ ਸਲਾਹ ਕੀਤਾ ਸੀ, ਤੇ ਉਹਨਾਂ ਨੇ ਦੱਸਿਆ ਸੀ ਕਿ ਵਾਹ ਅੱਛੇ ਕੰਮ ਕਰਦੇ ਨੇ ਉਹ, ਜਿਹੜੇ ਵੀ ਫੰਡਸ ਵਗੈਰਾ ਆਉਂਦੇ ਨੇ ਉਹ ਲੋਕਾਂ ਦੀ ਭਲਾਈ ਵਾਸਤੇ ਹੀ ਲਾਉਂਦੇ ਨੇ। ਤੇ ਫਿਰ ਮੈਂ ਉਹਨਾਂ ਉੱਤੇ ਰਿਸਰਚ ਕੀਤੀ, ਤੇ ਮੈਨੂੰ 3-4 ਚੀਜ਼ਾਂ ਪਤਾ ਲੱਗੀਆਂ ਸੀ ਕਿ ਜਿਵੇਂ 1889 'ਚੋਂ MP ਵਾਸਤੇ ਖੜੇ ਹੋਏ ਸੀ ਤਰਨਤਾਰਨ ਤੋਂ, ਤੇ ਫਿਰ 1999 ਵਿੱਚ ਆਪਣਾ ਸੰਗਰੂਰ ਵਿੱਚ ਖੜੇ ਹੋਏ ਸੀ। ਤੇ ਐਵੇਂ 3-4 ਚੀਜ਼ਾਂ ਸੀ ਕਿ ਇੱਕ ਜਿਹੜਾ ਕਿੱਸਾ ਹੁਣੇ ਸਾਂਝਾ ਕੀਤਾ ਗਿਆ ਸੀ ਕਲਸੀ ਬਾਈ ਜੀ ਵੱਲੋਂ ਕਿ ਤਲਵਾਰ ਚੱਕਣ ਤੇ ਉਹਨਾਂ ਨੂੰ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਗਿਆ ਸੀ। ਇਹ ਸਾਰੀ ਚੀਜ਼ਾਂ ਜਦੋਂ ਪੜ੍ਹੀਆਂ, ਪਤਾ ਲੱਗੀਆਂ, ਤੇ ਫਿਰ ਗਰਵ ਮਹਿਸੂਸ ਹੋਇਆ ਕਿ ਹਜੇ ਵੀ ਐਵੇਂ ਦੇ ਸਿੱਖ ਕੌਮ ਜਰਨੈਲ ਹੈਗੇ ਨੇ ਜਿਹੜੇ ਭਲਾਈ ਚਾਹੁੰਦੇ ਨੇ। ਤੇ ਉਸ ਤੋਂ ਬਾਅਦ ਮੇਰੇ ਮਨ 'ਚ ਥੋੜ੍ਹਾ ਬਦਲਾਅ ਆਇਆ, ਤੇ ਮੈਂ ਇੱਧਰ ਥੋੜ੍ਹਾ ਸੋਚਿਆ ਕਰਨ। ਤੁਸੀਂ ਦੱਸਿਆ ਕਿ ਜਦੋਂ ਪਹਿਲੇ ਤੁਸੀਂ ਜ਼ਿਆਦਾ ਨਹੀਂ ਜਾਣਦੇ ਸੀਗੇ, ਹੈ ਨਾ, ਪਰ ਜਦੋਂ ਦੀਪ ਸਿੱਧੂ ਬਾਰੇ ਉਹ ਵੀਡੀਓ ਵਾਇਰਲ ਹੁੰਦੀ ਹੈ ਕਿ ਉਹ ਇਸ ਜਹਾਨ ਤੋਂ ਰਵਾਨਗੀ ਕਰ ਚੁੱਕੇ ਨੇ, ਤਾਂ ਉਹ ਧੱਕਾ ਜਿਹੜਾ ਉਹ ਪੰਜਾਬ ਨਹੀਂ ਪੂਰੇ ਭਾਰਤ ਵਰਸ਼ ਨੂੰ ਲੱਗਾ ਕਿ ਇੱਕ ਹੀਰਾ ਚਲੇ ਗਿਆ। ਸੋ ਉਸ ਤੋਂ ਬਾਅਦ ਤੁਸੀਂ ਰਿਸਰਚ ਕੀਤੀ, ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਇੰਨੀ ਜ਼ਿਆਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਸੀ। ਉਹ ਦਿਮਾਗ ਦੇ ਵਿੱਚ ਗੱਲ ਆਉਣ ਤੋਂ ਬਾਅਦ ਇੱਧਰ ਨੂੰ ਤੁਸੀਂ ਤੁਰੇ ਹੋ। ਹਾਂਜੀ ਬਿਲਕੁਲ, ਕਿਉਂਕਿ ਦੀਪ ਸਿੱਧੂ ਦੀ ਬਾਰੇ ਅਸੀਂ ਪਹਿਲਾਂ ਵੀ ਵੇਖਿਆ ਸੀ, ਉਹ ਕਿਸਾਨੀ ਮੋਰਚੇ ਦੇ ਬਿਲਕੁਲ ਨਾਲ ਸੀਗੇ, ਤੇ ਫਿਰ ਉਹਨਾਂ ਦੇ ਜਿਹੜੇ ਬਲੇਮ ਲੱਗੇ ਸੀ ਜਦੋਂ ਲਾਲ ਕਿਲ੍ਹੇ ਹੋਇਆ ਸੀ, ਉਦੋਂ ਮੈਂ ਵੀ ਉਹਨਾਂ ਦੇ ਨਾਲ ਸੀਗਾ ਲਾਲ ਕਿਲ੍ਹੇ ਵਿੱਚ। ਮੇਰੇ ਕੋਲ ਕੁਝ ਪਿਕਸ ਵੀ ਪਈਆਂ ਨੇ ਉੱਧਰ ਦੀਆਂ, ਤੇ ਆਪਾਂ ਸਾਰੇ ਨਾਲ ਸੀ। ਬਟ ਫਿਰ ਜਦੋਂ ਉਹਨਾਂ ਨੂੰ ਗੱਦਾਰ ਕਹਿ ਦਿੱਤਾ ਗਿਆ, ਤੇ ਉਦੋਂ ਵੀ ਬੜਾ ਧੱਕਾ ਲੱਗਾ ਸੀ ਕਿ ਇੱਕ ਬੰਦਾ ਜਿਹੜਾ ਸਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਗੱਦਾਰ ਕਹਿ ਦਿੱਤਾ ਗਿਆ। ਬਟ ਬਾਅਦ 'ਚ ਜਦੋਂ ਲੋਕਾਂ ਦੇ ਅੱਖਾਂ 'ਚੋਂ ਪਰਦੇ ਚੱਕੇ ਗਏ, ਤੇ ਫਿਰ ਹੋਇਆ ਸੀ ਕਿ ਉਹਨਾਂ ਨੂੰ ਐਕਸੈਪਟ ਕੀਤਾ ਗਿਆ। ਤੇ ਇਹ ਵੀ ਪਤਾ ਲੱਗਦਾ ਹੈ ਕਿ ਉਹਨਾਂ ਨੇ ਹੀ ਸ਼ੁਰੂਆਤ ਕੀਤੀ ਸੀ ਇਸ ਕਿਸਾਨ ਮੋਰਚੇ ਦੀ, ਉਹਨਾਂ ਨੇ ਹੀ ਲੋਕਾਂ ਨੂੰ ਦੱਸਿਆ ਸੀ ਇਹਦਾ ਕੀ ਫਾਇਦਾ, ਕੀ ਨੁਕਸਾਨ ਹੋਏਗਾ। ਤੇ ਉਸ ਤੋਂ ਬਾਅਦ ਫਿਰ ਦੀਪ ਸਿੱਧੂ ਦੀ ਵਾਸਤੇ ਰਿਸਪੈਕਟ ਬਹੁਤ ਵੱਧ ਗਈ ਸੀ, ਤੇ ਹੁਣ ਜਾਣ ਤੋਂ ਬਾਅਦ ਫਿਰ ਉਹਨਾਂ ਦੇ ਸਿਧਾਂਤਾਂ 'ਤੇ ਚੱਲਣ ਦਾ ਮਨ ਬਣਾ ਰਿਹਾ।
ਬਿਲਕੁਲ ਚੰਗੀ ਸੋਚ ਹੈ, ਪਰ ਕਈ ਵਾਰ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਜਿਹੜੇ ਸੰਘਰਸ਼ੀ ਹੁੰਦੇ ਨੇ, ਸੰਘਰਸ਼ ਕਰਦੇ ਨੇ, ਉਹ ਲੜਦੇ ਨੇ, ਇੱਕ ਸਮਾਂ, ਇੱਕ ਸਦੀ ਲੰਘ ਜਾਂਦੀ ਹੈ ਉਹਨਾਂ ਦੇ ਲੜਦਿਆਂ ਪਰ ਉਦੋਂ ਉਹਨਾਂ ਨੂੰ ਸਮਝਿਆ ਨਹੀਂ ਜਾਂਦਾ। ਜਿੱਦਾਂ ਕਿ ਦੀਪ ਸਿੱਧੂ ਦੀ ਬਾਈ ਦੇ ਬਾਰੇ ਗੱਲ ਕਰਦੇ ਆ, ਤੇ ਉਸ ਸਮੇਂ ਦੇ ਵਿੱਚ ਜਦੋਂ ਕਿਸਾਨੀ ਪ੍ਰੋਟੈਸਟ ਚੱਲ ਰਿਹਾ ਸੀ ਤੇ ਬੜਾ ਕੁਝ ਵਾਪਰਿਆ ਸੀ। ਉਹ ਸਵਾ ਸਾਲ ਉਹਨਾਂ ਨੇ, ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਸੰਤਾਪ ਹਟਾਇਆ ਸੀ, ਕਿਉਂਕਿ ਇੱਕ ਚੀਜ਼ ਅਪਡੇਟ ਹੁੰਦੀ ਸੀ ਕਿਸਾਨੀ ਸੰਘਰਸ਼ ਦੇ ਅੰਦਰ। ਜਦੋਂ ਉਸ ਤੋਂ ਬਾਅਦ 26 ਜਨਵਰੀ ਦੀ ਜਿਹੜੀ ਗੱਲ ਹੁੰਦੀ ਹੈ, ਉਸ ਤੋਂ ਬਾਅਦ ਉਹਨਾਂ ਤੇ ਕਿੰਨੇ ਬਲੇਮਸ ਲੱਗਦੇ ਨੇ, ਉਹਨਾਂ ਨੂੰ ਗੱਦਾਰ ਕਹਾਇਆ ਜਾਂਦਾ, ਔਰ ਨਾਲ ਦੀ ਨਾਲ ਜਿਹੜੇ ਕਿਸਾਨ ਨੇ ਔਰ ਕਿਸਾਨਾਂ ਦੇ ਨਾਲ ਜਿਹੜੇ ਜਥੇਬੰਦੀਆਂ ਸੀ, ਉਹਨਾਂ ਨੇ ਵੀ ਸਟੇਜ ਤੋਂ ਅਨਾਉਂਸ ਕਰ ਦਿੱਤਾ ਸੀਗਾ ਕਿ ਇਹ ਬੰਦਾ ਸਾਡੇ ਵੱਲ ਦਾ ਨਹੀਂ ਹੈ। ਪਰ ਹੁਣ ਕਿਤੇ ਨਾ ਕਿਤੇ ਲੱਗਦਾ ਉਹਨਾਂ ਦੇ ਜਾਣ ਤੋਂ ਬਾਅਦ ਦੁਬਾਰਾ ਉਹ ਚੀਜ਼ ਚਿਣਕ ਜਾਗਣੀ। ਅਫਸੋਸ ਹੁੰਦਾ ਕਿ ਜੇ ਇਹੋ ਹੀ ਚੀਜ਼, ਇਹੋ ਹੀ ਕਰਾਊਡ ਉਦੋਂ ਉਹਨਾਂ ਦੇ ਨਾਲ ਹੁੰਦਾ, ਥੋੜੇ ਦਿਨ ਪਹਿਲੇ ਹੁੰਦਾ, ਤੇ ਸ਼ਾਇਦ ਮਤਲਬ ਕਿ ਉਹਨਾਂ ਦੀ ਜ਼ਿੰਦਗੀ ਨੂੰ, ਉਹਨਾਂ ਦੀ ਰੂਹ ਨੂੰ ਸਕੂਨ ਮਿਲਦਾ। ਫਿਲਹਾਲ ਤਾਂ ਆਪਾਂ ਚਾਹੁੰਦੇ ਨਹੀਂ ਸੀ ਐਵੇਂ ਦਾ ਕੁਝ ਹੋਵੇ। ਸਾਨੂੰ ਸੀ ਕਿ ਅੱਜ ਵੀ ਉਹ ਸਾਡੇ ਨਾਲ ਵਿੱਚ ਹੁੰਦੇ ਤਾਂ ਬਹੁਤ ਵਧੀਆ ਗੱਲ ਹੋਣੀ ਸੀ, ਬਟ ਜਿਵੇਂ ਲੋਕਾਂ ਨੇ ਕੀਤਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਠੇਸ ਪਹੁੰਚਾਈਏ, ਤੇ ਮੈਂ ਵੀ ਚਾਹੁੰਦਾ ਕਿ ਹੁਣ ਮਾਫੀ ਮੰਗਣ ਉਹਨਾਂ ਤੋਂ ਤੇ ਰੱਬ ਅੱਗੇ ਪ੍ਰਾਰਥਨਾ ਕਰਨ ਕਿ ਉਹਨਾਂ ਨੂੰ ਚਰਨਾਂ 'ਚ ਜਗ੍ਹਾ ਦੇਣ। ਤੁਹਾਡੀ ਸੇਵਿੰਗ ਦੀ ਗੱਲ ਹੁੰਦੀ ਹੈ, ਤੁਸੀਂ ਦੱਸਿਆ ਕਿ ਸੇਵਿੰਗ ਤੁਸੀਂ ਕਿਸੇ ਹੋਰ ਪਰਪਸ ਵਾਸਤੇ ਘੁੰਮਣ, ਕਿਉਂਕਿ ਇਹ ਉਮਰ ਹੁੰਦੀ ਹੈ ਜਦੋਂ ਤੁਸੀਂ ਖਾਣਾ ਪੀਣਾ ਤੇ ਘੁੰਮਣ ਫਿਰਨ ਦਾ ਸ਼ੌਂਕ ਹੁੰਦਾ ਹੈ ਨਾ। ਤੁਸੀਂ ਪੜ੍ਹ ਰਹੇ ਹੋ, ਕੀ ਸਟੱਡੀ ਕੀ ਕਰ ਰਹੇ ਹੋ? ਮੈਂ +2 ਕਰਕੇ ਹਟਿਆ ਤੇ ਮੈਂ ਹੁਣ ਅੱਗੇ ਬੀਟੈਕ ਕਰਨੀ ਹੈ। ਨੌਨ ਮੈਡੀਕਲ ਕੀਤੀ ਹੋਈ ਹੈ ਮੈਂ। ਕਿੰਨੀ ਸੇਵਿੰਗ ਹੈ ਜਿਹੜੀ ਤੁਸੀਂ ਜਿਹੜੀ ਗਾਂ ਦਿੱਤੀ ਹੈ? ਮੇਰੇ ਕੋਲ ਫਿਲਹਾਲ 4200 ਹੈ, ਜੋ ਕਿ ਮੈਂ ਕੁਝ ਪਿਛਲੇ 3-4 ਮਹੀਨਿਆਂ ਤੋਂ ਹੀ ਜੋੜ ਰਿਹਾ ਸੀ। ਤੇ ਹੁਣ ਬਾਕੀ ਮੇਰੇ ਪੇਰੈਂਟਸ ਨੇ ਵੀ ਜਿਵੇਂ ਮੇਰੀ ਸੋਚ ਨੂੰ ਵੇਖ ਕੇ ਉਹਨਾਂ ਨੇ ਵੀ ਕੁਝ ਹਿੱਸਾ ਪਾਇਆ, ਤੇ ਉਹ ਆਪਾਂ ਹੁਣੇ ਦੇਵਾਂਗੇ ਉਹਨਾਂ ਨੂੰ, ਮਾਨ ਸਾਹਿਬ ਨੂੰ। ਕਿਸਾਨੀ ਪ੍ਰੋਟੈਸਟ ਦੀ ਜਦੋਂ ਗੱਲ ਕਰਦੇ ਹਾਂ, ਕਿਸਾਨੀ ਸੰਘਰਸ਼ ਦੇ ਵਿੱਚ ਜਾਂਦੇ ਰਹੇ ਹੋ ਕਿ ਸੋਸ਼ਲ ਮੀਡੀਆ ਦੇ ਥਰੂ ਹੀ ਦੇਖਿਆ, ਜਾਂ ਉੱਥੇ ਜਾ ਕੇ ਵੀ ਆਪਣੇ ਆਪ ਨੂੰ ਉਹਨਾਂ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ? ਮੈਂ 3 ਤੋਂ 4 ਵਾਰੀ ਗਿਆ ਵੀ ਹੋਇਆ, ਤੇ ਇੱਕ ਮੈਂ ਯੂਨਾਈਟਿਡ ਸਿੱਖ ਖੇਡ ਹੈ ਜਿਹੜੀ ਉੱਥੇ ਚੱਲ ਰਹੀ ਸੀ ਕਿਸਾਨੀ ਮੋਰਚੇ ਵੇਲੇ, ਤੇ ਮੈਂ ਉਹਨਾਂ ਦੇ ਥਰੂ ਵੀ ਗਿਆ ਸੀ। ਤੇ ਉਦੋਂ ਵੀ ਅਸੀਂ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਯੋਗਦਾਨ ਦਿੱਤਾ ਸੀ ਉਹਦੇ 'ਚ। ਤੇ ਫਿਰ ਉਹਨਾਂ ਦੇ ਥਰੂ ਹੀ ਮੈਂ ਲਾਲ ਕਿਲੇ ਗਿਆ ਸੀ, ਕਿਉਂਕਿ ਉਦੋਂ ਫਾਇਰਿੰਗ ਤੇ ਲਾਠੀ ਚਾਰਜ ਦਾ ਆਰਡਰ ਸਾਨੂੰ ਪਤਾ ਲੱਗਾ ਸੀ, ਤੇ ਆਪਾਂ ਜਿਨ੍ਹਾਂ ਦੇ ਲੱਗੀਆਂ ਸੀ ਸੱਟਾਂ ਉਹਨਾਂ ਦੀ ਹੈਲਪ ਕਰਨ ਗਏ ਸੀ। ਬਹੁਤ ਵਧੀਆ ਸੋਚ ਦੇ ਨਾਲ ਕਿਉਂ ਕਹਿੰਦੇ ਨੇ ਕਿ ਜੜ੍ਹਾਂ ਮਜ਼ਬੂਤ ਹੋਣ, ਆਪਣਾ ਪਿਛੋਕੜ ਬੈਕਗ੍ਰਾਉਂਡ ਜਿਹੜੀ ਹੁੰਦੀ ਨਾ, ਉਹਦੇ ਵਿੱਚ ਸੋਚ ਚੰਗੀ ਹੋਵੇ ਤੇ ਬੂਟਾ ਚੰਗਾ ਲੱਗਦਾ। ਸੋ ਜਸ਼ਨਪ੍ਰੀਤ ਦੇ ਫਾਦਰ ਸਾਡੇ ਨਾਲ ਇੱਥੇ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ, ਗੱਲ ਇਸ ਤਰ੍ਹਾਂ ਵੀ ਕੋਈ ਵੀ ਚੀਜ਼ ਹੈ ਸਾਡੇ ਕੋਲ ਹੋਊਗੀ, ਜੇ ਸਾਨੂੰ ਫ੍ਰੀ ਨਹੀਂ ਮਿਲੀ ਸਾਨੂੰ ਕਦਰ ਨਹੀਂ ਹੋਏਗੀ ਉਹਦੀ। ਜੇ ਅਸੀਂ ਮੁੱਲ ਖਰੀਦੀ ਹੋਗੀ ਨਾ, ਅਸੀਂ ਉਹਨੂੰ ਸਾਂਭ ਕੇ ਰੱਖਾਂਗੇ। ਉਹੀ ਹਿਸਾਬ ਸੀ ਸਿੱਧੂ ਭਾਜੀ ਦਾ, ਵੀ ਉਹ ਆਪਣਾ ਪਰਿਵਾਰ ਛੱਡ ਕੇ ਸਾਡੇ ਕੋਲ ਆਏ ਸੀ। ਉਹਨਾਂ ਦਾ ਵੈਸੇ ਕੋਈ ਤੁੱਕ ਨਹੀਂ ਸੀ ਕਿਸਾਨੀ ਦੇ ਵਿੱਚ, ਕਿਉਂਕਿ ਉਹ ਸਿੰਗਰ ਸੀ, ਗਾਇਕ ਸੀਗੇ। ਤੇ ਹੁਣ ਕੋਈ ਵੀ ਸਿੰਗਰ ਵੇਖ ਲਓ, ਕੋਈ ਨਹੀਂ ਉੱਠਦਾ। ਤੇ ਉਹਨਾਂ ਨੇ ਇਹ ਵੀ ਕਿਸਾਨਾਂ ਦਾ ਦਰਦ ਸੀ ਆਪਣੇ ਦਿਲ 'ਚ, ਵੀ ਨਹੀਂ ਉਹ ਵੀ ਕਿਸਾਨ ਸੀ, ਕਿ ਕਿਸਾਨ ਦੇ ਪੁੱਤਰ ਸੀ, ਕਿਸ ਦਰਦ ਜਾਗ ਗਿਆ ਉਹਨਾਂ ਨੂੰ, ਲੜਾਈਆਂ ਵੀ ਲੜੀਆਂ। ਪਰ ਇਹ ਹੁੰਦਾ ਵੀ ਜਿਵੇਂ ਮੰਨ ਲਓ ਵੀ ਮੈਂ ਹੀ ਆ, ਵੀ ਮੈਂ ਇੱਧਰੋਂ ਕਿਸਾਨਾਂ ਨਾਲ ਵੀ ਜੁੜਿਆ ਤਾਂ ਮੈਂ ਸਰਕਾਰ ਨਾਲ ਵੀ ਜੁੜਿਆ ਆ। ਦੋਨੋਂ ਬੰਨੇ ਮੱਥਾ ਲਾਉਣ ਵਾਲੀ ਗੱਲ ਹੋ। ਠੀਕ ਹੈ ਜੀ। ਉਧਰੋਂ ਮੈਂ ਸੁਣ ਕੇ ਆ ਜਾਣੇ, ਇੱਧਰ ਆ ਕੇ ਮੈਂ ਇੱਕ ਨੂੰ ਦੱਸੀ, ਤੁਸੀਂ ਅੱਗੇ ਦੋ ਨੂੰ ਦੱਸੋਗੇ। ਭਾਜੀ ਬਾਰੇ ਵੀ ਇਹ ਬਹੁਤ ਬੁਰਾ ਵਾ, ਬਚ ਕੇ ਨਹੀਂ, ਐਵੇਂ ਹੀ ਬਸ ਉਹਨਾਂ ਨੂੰ ਬਦਨਾਮ ਕੀਤਾ ਗਿਆ ਵਾ। ਹੁਣ ਸੰਤ ਜਰਨੈਲ ਸਿੰਘ ਸੀ ਪਿੰਡਾਂ ਵਾਲੇ, ਉਹਨਾਂ ਨੂੰ ਆਪਣਾ ਪਰਿਵਾਰ ਛੱਡਿਆ ਜੀ। ਠੀਕ ਹੈ, ਕੋਈ ਉਹਨਾਂ ਨੇ ਕੋਠੀ ਨਹੀਂ ਖਰੀਦੀ, ਕੋਈ ਕਾਰ ਨਹੀਂ, ਕੋਈ ਜਗ੍ਹਾ ਨਹੀਂ ਲਈ। ਕਾਹਦੇ ਲਈ ਲੜ ਰਹੇ? ਕਿਸਾਨਾਂ ਲਈ ਲੜ ਰਹੇ ਸੀ। ਆਪਣੀ ਤਾਂ ਲੜ ਨਹੀਂ ਸੀ, ਕਿਸਾਨਾਂ ਲਈ ਲੜ ਰਹੇ ਸੀ। ਅਨੰਦਪੁਰ ਸਾਹਿਬ ਦੇ ਮਤੇ ਦਾ ਹੱਲ ਸੀ। ਉਦੋਂ ਤਾਂ ਸਭ ਨੇ ਕਿਹਾ ਜੀ ਬਹੁਤ ਬੁਰੇ, ਪੰਜਾਬ ਦੀ ਸੰਗਤ ਨੇ ਵੀ ਕਿਹਾ ਜੀ ਬਹੁਤ ਬੁਰੇ ਨੇ, ਇਹਨਾਂ ਨੇ ਜੀ ਮਰਵਾਤੇ। ਜਦੋਂ ਚਲੇ ਗਏ ਹੁਣ ਉਹ ਕਮਲ ਵਾਂਗੂ ਉੱਭਰਨ ਡੇ ਨੇ, ਤੇ ਉਹਨਾਂ ਦੀ ਕਦਰ ਪੈ ਰਹੀ ਹੈ। ਤੇ ਅਸੀਂ ਵੇਖਿਆ ਇਹ, ਤੇ ਅਸੀਂ 2 ਹੀਰੇ ਤੇ ਗਵਾਲੇ ਨੇ ਆਪਣੇ। ਅਸੀਂ ਕਦਰ ਨੂੰ ਕੀ ਕਰਾਂਗੇ ਜੇ ਸਾਡੇ ਹੀਰੇ ਹੀ ਚਲੇ ਗਏ? ਇਸ ਕਰਕੇ ਕੋਈ ਵੀ ਬੰਦਾ ਕਿਸਾਨੀ ਚਾਹੁੰਦਾ ਵਾ, ਉਹਨੂੰ ਸਮਝਣਾ ਚਾਹੀਦਾ ਵਾ। ਇਹ ਨਹੀਂ ਵੀ ਮੈਂ ਉਹ ਤੋਂ ਸੁਣ ਲਿਆ ਤੇ ਮੈਂ ਅੱਗੇ ਦੱਸਦਾ, ਨਹੀਂ, ਮੈਨੂੰ ਪਹਿਲਾਂ ਸੋਚਣਾ ਚਾਹੀਦਾ ਵੀ ਇਹ ਬੰਦੇ ਦਾ, ਇਸ ਬੰਦੇ ਮੈਨੂੰ ਦੱਸਿਆ ਵੀ ਇਹ ਗਲਤ ਹੈ। ਠੀਕ ਹੈ, ਮੈਨੂੰ ਕਹਿਣ ਦਾ ਮਤਲਬ ਹੈ ਕਿ ਸੁਣੀ ਸੁਣਾਈ ਗੱਲ ਤੇ ਯਕੀਨ ਨਹੀਂ ਕਰਨਾ ਚਾਹੀਦਾ। ਕਈ ਵਾਰ ਅੱਖੀ ਦੇਖੀਆਂ ਗੱਲਾਂ ਵੀ ਜਿਹੜੀਆਂ ਝੂਠ ਹੋ ਜਾਂਦੀਆਂ। ਇਸ ਕਰਕੇ ਬੰਦੇ ਨਾਲ ਜੁੜੋ, ਉਹਦਾ ਪਤਾ ਕਰੋ ਪਿਛੋਕੜ ਕਿਵੇਂ ਦਾ ਵਾ, ਕੀ ਹਿਸਾਬ ਕਿਤਾਬ ਕਿਵੇਂ ਚੱਲਦਾ ਵਾ, ਫਿਰ ਉਹਦੇ ਬੰਦੇ ਅਸਲੀਅਤ ਦਾ ਪਤਾ। ਜੇ ਸੁਣੀ ਸੁਣਾਈ ਤਾਂ ਅਸੀਂ ਕਰ ਲਈ ਤੇ ਅਸੀਂ ਵੀ ਉਹੋ ਜਿਹੇ ਹੋ ਗਏ ਤੇ ਉਹ ਵੀ ਉਹੋ ਜਿਹਾ ਹੋ ਗਿਆ। ਅਸੀਂ ਉਹਦੀ ਵੀ ਨਿਗਾਹ 'ਚ ਬੁਰੇ ਬਣ ਗਏ ਤੇ ਉਹਦੀ ਜਿਹੀ ਅਸੀਂ ਬਣਨਾ ਹੀ ਬਣਨਾ, ਕਿਉਂ ਉਹਦਾ ਤੇ ਪਰਮਾਤਮਾ ਸਾਥ ਦੇ ਰਿਹਾ। ਆਪਣੇ ਬੇਟੇ ਦੀ ਸਪੋਰਟ ਕਰਨ ਦੇ ਵਾਸਤੇ ਤੁਸੀਂ ਜਿਹੜੇ ਪਹੁੰਚੇ ਸੀਗੇ ਬੀਤੇ ਦਿਨ, ਜਿਹੜੇ ਇਲੈਕਸ਼ਨਸ ਹੋ ਰਹੀਆਂ ਸੀ, ਮਾਨ ਸਾਹਿਬ ਦਾ ਇਲਾਕਾ ਜਿਹੜਾ ਹੈ, ਸੋ ਉੱਥੇ ਜਾ ਕੇ ਕਿੱਦਾਂ ਦਾ ਲੱਗਿਆ? ਕਿੱਦਾਂ ਦੀ ਸਪੋਰਟ ਮਿਲੀ ਹੈ? ਮਤਲਬ ਕਿੱਦਾਂ ਦਾ ਹੌਸਲਾ ਤੁਹਾਨੂੰ ਮਿਲਿਆ ਪੰਜਾਬ ਦੇ ਵਿੱਚ, ਕਿਉਂਕਿ ਦਿੱਲੀ ਤੋਂ ਤੁਸੀਂ ਆਏ ਸੀਗੇ?
ਭੈਣ ਜੀ ਮੈਂ ਤਾਂ ਇਹੀ ਕਹਾਂਗਾ ਵੀ ਜਿਹੜਾ ਬੰਦਾ ਸੱਚਾ ਔਰ ਸਾਫ਼ ਹੈ ਨਾ ਉਹਨੂੰ ਪੰਜਾਬ ਨੂੰ ਪਰਖਣਾ ਚਾਹੀਦਾ। ਸਭ ਤੋਂ ਵੱਡੀ ਗੱਲ ਅੱਜ ਕੱਲ੍ਹ ਪੰਜਾਬ ਸਿਰਫ ਨਸ਼ੇ ਹੀ ਡੁੱਬਦਾ ਪਿਆ ਵਾ। ਸਾਫ਼ ਔਰ ਸਪਸ਼ਟ ਗੱਲ ਇਹ ਆ। ਹੁਣ ਅਸੀਂ ਸਾਡੀ ਅੰਮ੍ਰਿਤਸਰ ਵੀ ਯਾਰੀ ਹੈਗੇ ਰਿਸ਼ਤੇਦਾਰ, ਕਈ ਝਾੜੂ ਵਾਲ ਨੇ, ਕੋਈ ਬਾਲਟੀ ਵਾਲ ਨੇ, ਆਪਣਾ ਤਕੜੀ ਵਾਲ ਨੇ। ਅਸੀਂ ਰਾਤ ਵੀ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਇਹ ਦੇਖੋ ਵੀ ਗੁਰੂ ਮਹਾਰਾਜ ਦੀ ਇੰਨੀ ਬੇਅਦਬੀ ਹੋਈ, ਕਿਸੇ ਨੇ ਆਵਾਜ਼ ਚੁੱਕੀ ਨਹੀਂ ਚੁੱਕੀ। ਮੈਂ ਸਿਰਫ ਮਾਨ ਸਾਹਿਬ ਵੀ ਜਿਹੜੇ ਬੋਲੇ ਸੀ, ਮੈਂ ਫਿਰ ਵੀ ਤੁਸੀਂ ਆਪਦੇ ਸਵਾਰਥ ਵੇਂਦੇ ਆਂਦੇ ਭਾਜੀ ਕੀ ਕਰੀਏ, ਅਸੀਂ ਰਾਜਨੀਤੀ ਵੇਖਣੀ, ਅਸੀਂ ਆਪਦੇ ਕੰਮ ਵੇਖਣੇ ਆ। ਇਸ ਕਰਕੇ ਕਹਿੰਦੇ ਵੀ ਪਹਿਲਾਂ ਬੰਦੇ ਨੂੰ ਪਰਖੋ, ਉਹਦੀ ਵੇਖੋ ਵੀ ਸਾਡੇ ਲਈ ਲੜ ਰਿਹਾ, ਉਹ ਆਪਣੇ ਲਈ ਨਹੀਂ ਲੜ ਰਿਹਾ। ਤੁਸੀਂ ਸਾਡੇ ਲਈ ਲੜ ਰਹੇ ਹੋ ਤੇ ਅਸੀਂ ਜੇ ਤੁਹਾਡੀ ਸਪੋਰਟ ਨਾ ਕਿਤੇ ਬਹੁਤ ਮਾੜੀ ਗੱਲ ਹੈ ਸਾਡੇ ਲਈ। ਇੱਕ ਪਰਮਾ ਹੁੰਗਾਰਾ ਚਾਹੀਦਾ। ਔਰ ਜਦੋਂ ਦੀਪ ਸਿੱਧੂ ਦੀ ਗੱਲ ਆਉਂਦੀ ਬੀਤੇ ਦਿਨੀ ਜੋ ਹਾਦਸਾ ਹੋਇਆ ਔਰ ਹਾਦਸੇ ਦੇ ਵਿੱਚ ਅਚਾਨਕ ਉਹਨਾਂ ਦਾ ਦੁਨੀਆ ਨੂੰ ਛੱਡ ਜਾਣਾ ਵਾਕਈ ਬਹੁਤ ਦਰਦਨਾਇਕ ਸੀਗਾ। ਇੱਕ ਪੀਕ ਤੇ ਪਹੁੰਚ ਕੇ ਇੱਕ ਲੰਬਾ ਸਮਾਂ ਜਿਹੜਾ ਸੀਗਾ ਉਹਨਾਂ ਨੇ ਇੰਡਸਟਰੀ ਦੇ ਵਿੱਚ ਰਹੇ ਸੀਗੇ, ਬੰਬੇ ਦੇ ਵਿੱਚ ਸੀਗੀਆਂ ਫਿਲਮਾਂ ਜਿਹੜੀਆਂ ਨੇ ਉਹ ਵੀ ਕੀਤੀਆਂ, ਬਹੁਤ ਸਾਰੇ ਰੋਲ ਮਾਡਲ ਜਿਹੜੇ ਬਣੇ ਨੇ। ਸੋ ਉਸ ਤੋਂ ਬਾਅਦ ਅਚਾਨਕ ਇਦਾਂ ਦਾ ਹਾਦਸਾ ਹੋਣਾ ਔਰ ਨਾਲ ਦੀ ਨਾਲ ਇੱਕ ਪਾਰਟੀ ਨੂੰ ਸਪੋਰਟ ਕਰਦੇ ਆ, ਹਨਾ। ਸੋ ਉਹ ਪਿੱਛੇ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਸਵਾਲ ਛੱਡ ਗਏ ਨੇ।